ਹੈਲੋ एवरीवन ਵੈਲਕਮ ਟੂ ਚੈਨਲ ਸਟੂਡੈਂਟ ਪਾਥਵੇ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜੀਆਂ ਨੈਕਸਟ ਟੂ ਲਿਟਰੇਰੀ ਟਰਮਸ ਨੇ ਇਲੂਸ਼ਨ ਐਂਡ ਬੈਲਡ ਬਾਰੇ। ਲਾਸਟ ਵੀਡੀਓਜ਼ ਦੇ ਵਿੱਚ ਅਸੀਂ ਨੇ ਇਮੇਜਰੀ ਐਂਡ ਐਲੀਟਰੇਸ਼ਨ ਨੂੰ ਡਿਸਕਸ ਕੀਤਾ ਸੀ। ਇਲੂਸ਼ਨ ਬਾਰੇ ਗੱਲ ਕਰਦੇ ਹਾਂ। ਐਨ ਇਲੂਸ਼ਨ ਇਜ਼ ਅ ਲਿਟਰੇਰੀ ਡਿਵਾਈਸ ਵੈਨ ਸਮਵਨ ਮੈਂਸ਼ਨਸ ਅ ਪਰਸਨ ਪਲੇਸ ਸਟੋਰੀ ਔਰ ਇਵੈਂਟ ਵਿਦਾਊਟ ਐਕਸਪਲੇਨਿੰਗ ਇਟ ਬਿਕਾਜ਼ ਦੇ ਐਕਸਪੈਕਟ ਦ ਰੀਡਰ ਔਰ ਲਿਸਨਰ ਟੂ ਆਲਰੇਡੀ ਨੋ ਅਬਾਊਟ ਇਟ। ਹੁਣ ਇਸ ਗੱਲ ਦਾ ਕੀ ਮੀਨਿੰਗ ਹੈ? ਇਲੂਸ਼ਨ ਜਿਹੜਾ ਉਹ ਲਿਟਰੇਰੀ ਡਿਵਾਈਸ ਹੈ ਵੈਨ ਸਮਵਨ ਮੈਂਸ਼ਨਸ ਅ ਪਰਸਨ, ਜਦੋਂ ਕੋਈ ਕਿਸੇ ਪਰਸਨ ਨੂੰ, ਪਲੇਸ ਨੂੰ, ਸਟੋਰੀ ਨੂੰ ਜਾਂ ਈਵੈਂਟ ਨੂੰ ਮੈਂਸ਼ਨ ਕਰਦਾ ਪਰ ਵਿਦਾਊਟ ਐਕਸਪਲੇਨਿੰਗ ਇਟ, ਪਰ ਉਹਨੂੰ ਐਕਸਪਲੇਨ ਨਹੀਂ ਕਰਦਾ ਕਿ ਉਹ ਚੀਜ਼ ਕੀ ਹੈ। ਇਟ ਬਿਕਾਜ਼ ਦੇ ਐਕਸਪੈਕਟ ਦ ਰੀਡਰ ਔਰ ਦ ਲਿਸਨਰ ਟੂ ਆਲਰੇਡੀ ਨੋ ਅਬਾਊਟ ਇਟ, ਕਿਉਂਕਿ ਉਹ ਐਕਸਪੈਕਟ ਕਰਦੇ ਨੇ ਜਿਹੜਾ ਮੇਰਾ ਲਿਸਨਰ ਆ ਜਾਂ ਮੇਰਾ ਰੀਡਰ ਆ ਨੂੰ ਆਲਰੇਡੀ ਇਹਦੇ ਬਾਰੇ ਪਤਾ ਹੋਊਗਾ। It's like a hint or a quick reference to something famous to add meaning to or what they are saying ਕਿ ਕੀ ਹੈ, ਕਿਸੇ ਫੇਮਸ ਚੀਜ਼ ਦਾ ਰੈਫਰੈਂਸ ਲੈ ਕੇ ਉਹ ਆਪਣੀ ਜੋ ਗੱਲ ਕਹਿ ਰਹੇ ਨੇ ਜਾਂ ਜੋ ਲਿਖ ਰਹੇ ਨੇ ਉਹਨੂੰ ਮੀਨਿੰਗਫੁਲ ਬਣਾਉਂਦੇ ਨੇ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਜਦੋਂ ਅਸੀਂ ਐਗਜ਼ਾਮਪਲ ਕਰਾਂਗੇ ਤਾਂ ਤੁਹਾਨੂੰ ਹੋਰ ਕਲੀਅਰਲੀ ਸਮਝ ਆਊਗਾ ਕਿ ਅਸੀਂ ਕਿਸ ਬਾਰੇ 'ਚ ਗੱਲ ਕਰ ਰਹੇ ਹਾਂ। ਹੀ ਹੈਜ਼ ਦ ਸਟਰੈਂਥ ਆਫ ਹੈਰੀਕੁਲੀਜ਼ refers to the strong hero from Greek mythology without explaining who Hercules is. ਸੋ ਹੁਣ ਕੀ ਅਸੀਂ ਐਗਜ਼ਾਮਪਲ ਲਈ, ਐਗਜ਼ਾਮਪਲ ਦੇ ਵਿੱਚ ਕਹਿੰਦਾ ਹੀ ਹੈਜ਼ ਦ ਸਟਰੈਂਥ ਆਫ ਹੈਰੀਕੁਲੀਜ਼। ਹੈਰੀਕੁਲੀਜ਼ ਦੀ ਜਿੰਨੀ ਸਟਰੈਂਥ ਆ ਉਹ ਬੰਦੇ 'ਚ, ਉਹ ਇੰਨਾ ਤਕੜਾ ਜਿੰਨਾ ਹੈਰੀਕੁਲੀਜ਼ ਸੀਗਾ। ਹੁਣ ਪਰ ਸਾਨੂੰ ਨਹੀਂ ਪਤਾ ਹੈਰੀਕੁਲੀਜ਼ ਕੌਣ ਸੀ, ਕਿਉਂਕਿ ਜਿਹੜਾ ਰਾਈਟਰ ਹੈ ਉਹ ਐਕਸਪੈਕਟ ਕਰ ਰਿਹਾ ਕਿ ਸਾਨੂੰ ਪਤਾ ਹੋਵੇ ਕਿ ਉਹ ਕੌਣ ਸੀ, ਕਿਉਂਕਿ ਉਹ ਫੇਮਸ ਹੈ। ਰੈਫਰਸ ਟੂ ਦ ਸਟਰੋਂਗ ਹੀਰੋ। ਕੌਣ ਸੀ ਹੈਰੀਕੁਲੀਜ਼? ਇੱਕ ਸਟਰੋਂਗ ਹੀਰੋ ਸੀਗਾ ਗ੍ਰੀਕ ਮਾਈਥੋਲੋਜੀ ਦਾ। ਗ੍ਰੀਕ ਮਾਈਥੋਲੋਜੀ ਦਾ ਇੱਕ ਗ੍ਰੇਟ ਜਿਹੜਾ ਸਟਰੋਂਗ ਹੀਰੋ ਸੀ। ਸੋ ਰਾਈਟਰ ਨੇ ਉਹਦਾ ਨਾਮ ਲਿਖਿਆ ਅਤੇ ਰਿਲੇਟ ਕੀਤਾ ਕਿ ਉਸ ਬੰਦੇ 'ਚ ਉਨੀ ਤਾਕਤ ਸੀ ਜਿੰਨੀ ਉਸ ਹੀਰੋ ਸੀ। ਬਟ ਉਹਨੇ ਐਕਸਪਲੇਨ ਨਹੀਂ ਕੀਤਾ ਕਿ ਉਹ ਕੌਣ ਸੀ, ਬਿਕਾਜ਼ ਉਹਨੇ ਐਕਸਪੈਕਟ ਕੀਤਾ ਕਿ ਰੀਡਰਸ ਨੂੰ ਆਲਰੇਡੀ ਪਤਾ ਹੋਊਗਾ। ਐਨ ਇਲੂਸ਼ਨ ਇਜ਼ ਐਨ ਇਨਡਾਇਰੈਕਟ ਰੈਫਰੈਂਸ ਟੂ ਅ ਪਰਸਨ, ਅ ਪਲੇਸ, ਐਨ ਈਵੈਂਟ, ਅ ਵਰਕ ਆਫ ਲਿਟਰੇਚਰ, ਆਰਟ, ਮਿਊਜ਼ਿਕ ਔਰ ਮਾਈਥੋਲੋਜੀ। ਹੁਣ ਇਹਦਾ ਮੀਨਿੰਗ ਕੀ ਹੈ ਕਿ ਜਿਹੜਾ ਰੈਫਰੈਂਸ ਉਹ ਸਿਰਫ ਪਰਸਨ ਦਾ ਹੀ ਨਹੀਂ ਦਿੱਤਾ ਜਾ ਸਕਦਾ, ਜਿਹੜਾ ਰੈਫਰੈਂਸ ਉਹ ਕਿਸੇ ਪਲੇਸ ਦਾ ਵੀ ਦਿੱਤਾ ਜਾ ਸਕਦਾ। ਜਿਵੇਂ ਕਿ ਅਗਰ ਅਸੀਂ ਨੋਰਮਲ ਗੱਲ ਕਰੀਏ ਕਿ ਜੇ ਅਸੀਂ ਕੰਪੇਅਰ ਕਰਨਾ ਹੋਊਗਾ, ਅਸੀਂ ਕਹਿਣਾ ਹੋਵੇ ਕਿ ਇਹ ਬਿਲਡਿੰਗ ਬਹੁਤ ਸੋਹਣੀ ਹੈ ਤਾਂ ਅਸੀਂ ਉਹਨੂੰ ਕਿਸੇ ਜਿਹੜੀ ਫੇਮਸ ਬਿਲਡਿੰਗ ਉਹਦੇ ਨਾਲ ਕੰਪੇਅਰ ਕਰਾਂਗੇ। ਅਗਰ ਅਸੀਂ ਪਰਸਨ ਨੂੰ ਕਰਨਾ ਹੋਊਗਾ ਤਾਂ ਓਬਵੀਅਸਲੀ ਅਸੀਂ ਪਰਸਨ ਨਾਲ ਕਰਾਂਗੇ। ਅਗਰ ਈਵੈਂਟ ਨੂੰ ਕਰਨਾ ਹੋਊਗਾ ਤਾਂ ਈਵੈਂਟ ਨਾਲ। ਪਰ ਜੇ ਅਸੀਂ ਕਿਸੇ ਲਿਟਰੇਚਰ ਦੇ ਕਿਸੇ ਕੰਮ ਦੀ, ਕਿਸੇ ਬੁੱਕ ਦੀ ਗੱਲ ਕਰਨੀ ਹੈ ਤਾਂ ਅਸੀਂ ਕਿਸੇ ਫੇਮਸ ਬੁੱਕ ਨਾਲ ਰਿਲੇਟ ਕਰਾਂਗੇ। ਜਿਵੇਂ ਅਸੀਂ ਸਿੰਪਲ ਕਹਿ ਦਈਏ ਕਿ ਸਾਨੂੰ ਕੋਈ ਬਿਲਡਿੰਗ ਸੋਹਣੀ ਲੱਗੀ, ਅਸੀਂ ਕਹੀਏ ਇਹ ਤਾਂ ਬਿਲਕੁਲ ਤਾਜ ਮਹਿਲ ਜਿੰਨੀ ਸੋਹਣੀ ਹੈ, ਪਰ ਅਸੀਂ ਇਹ ਨਾ ਸੋਚੀਏ, ਨਾ ਇਹ ਅਸੀਂ ਐਕਸਪੈਕਟ ਕਰ ਲਈਏ ਕਿ ਜਿਹੜਾ ਸਾਹਮਣੇ ਵਾਲਾ ਸੁਣਨ ਵਾਲਾ ਉਹਨੂੰ ਸਾਡੇ ਤਾਜ ਮਹਿਲ ਬਾਰੇ ਆਲਰੇਡੀ ਪਤਾ, ਅਸੀਂ ਐਕਸਪਲੇਨ ਨਾ ਕਰੀਏ ਤਾਜ ਮਹਿਲ ਕੀ ਹੈ। ਇਹ ਸਿਚੁਏਸ਼ਨ ਨੂੰ ਕੀ ਕਹਿੰਦੇ ਆ? ਇਲੂਸ਼ਨ। The key aspect of an illusion is that it does not explain itself. ਸਭ ਤੋਂ ਮੇਨ ਆਸਪੈਕਟ ਹੀ ਇਹਦਾ ਇਹ ਹੈ ਕਿ ਆਪਣੇ ਆਪ ਨੂੰ ਐਕਸਪਲੇਨ ਨਹੀਂ ਕਰਦਾ। The writer assumes the reader has enough knowledge to recognize the reference and grasp its significance. ਹੁਣ ਉਹ ਕੀ ਅਜ਼ਿਊਮ ਕਰਦਾ? ਆਪਣੇ ਆਪ ਮੰਨ ਲੈਂਦਾ ਕਿ ਜਿਹੜਾ ਰੀਡਰ ਆ ਉਹਦੇ ਕੋਲ ਇੰਨੀ ਨੌਲੇਜ ਹੈਗੀ ਆ ਕਿ ਉਹ ਇਸ ਰੈਫਰੈਂਸ ਨੂੰ ਆਪਣੇ ਆਪ ਪਛਾਣ ਲੂਗਾ ਅਤੇ ਇਹਦੀ ਇੰਪੋਰਟੈਂਸ ਨੂੰ ਸਮਝੂਗਾ। ਇੱਕ ਹੋਰ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਜਿਹਦੇ 'ਚ ਅਸੀਂ ਕਹਿੰਦੇ ਹੀ ਇਜ਼ ਸੱਚ ਅ ਰੋਮੀਓ ਵਿਦ ਲੇਡੀਜ਼। ਰੋਮੀਓ ਦਾ ਮਤਲਬ ਕੀ ਹੈ? ਰੋਮੈਂਟਿਕ ਪਰਸਨ ਹੈ ਲੇਡੀਜ਼ ਦੇ ਨਾਲ। ਤਾਂ ਹੁਣ ਅਸੀਂ ਕੀ ਰੋਮੀਓ ਦੀ ਅਸੀਂ ਰੈਫਰੈਂਸ ਦਿੱਤਾ ਪਰ ਅਸੀਂ ਨਹੀਂ ਐਕਸਪਲੇਨ ਕੀਤਾ ਕਿ ਰੋਮੀਓ ਕੌਣ ਹੈ। ਸੋ ਦਿਸ ਪਲੇਸ ਫੀਲਸ ਲਾਈਕ ਦ ਗਾਰਡਨ ਆਫ ਈਡਨ। ਗਾਰਡਨ ਆਫ ਈਡਨ ਕੀ ਹੈ? ਇੱਕ ਇਹੋ ਜਿਹੀ ਜਗ੍ਹਾ ਜਿਹੜੀ ਸਵਰਗ ਦੀ ਤਰ੍ਹਾਂ ਸੁੰਦਰ ਹੈ ਅਤੇ ਅਸੀਂ ਉਹਦਾ ਰੈਫਰੈਂਸ ਦਿੱਤਾ। ਰਾਈਟਰ ਨੇ ਲਿਖਿਆ ਕਿ ਜਿਹੜਾ ਇਹ ਪਲੇਸ ਆ ਜਿਹੜਾ ਅਸੀਂ ਦੇਖ ਰਹੇ ਹਾਂ ਉਹ ਗਾਰਡਨ ਆਫ ਈਡਨ ਦੀ ਜਿੰਨਾ ਹੀ ਵਾਂਗੂ ਹੀ ਫੀਲ ਹੁੰਦਾ, ਬਟ ਇੱਦਾਂ ਐਕਸਪਲੇਨ ਨਹੀਂ ਕੀਤਾ ਕਿ ਗਾਰਡਨ ਆਫ ਈਡਨ ਕੀ ਹੈ। ਹੁਣ ਇਹਦੀ ਸਿਗਨੀਫਿਕੈਂਸ ਕੀ ਹੈ? ਕਿਉਂ ਜਿਹੜਾ ਰਾਈਟਰ ਆ ਇਲੂਸ਼ਨ ਨੂੰ ਯੂਜ਼ ਕਰਦਾ ਇੰਗਲਿਸ਼ ਲਿਟਰੇਚਰ 'ਚ? ਇਲੂਸ਼ਨਸ ਇਨਰਿਚ ਦ ਟੈਕਸਟ ਬਾਈ ਕ੍ਰੀਏਟਿੰਗ ਲੇਅਰਸ ਆਫ ਮੀਨਿੰਗ। ਕੀ ਹੁੰਦਾ? ਜਿਹੜੀ ਟੈਕਸਟ ਹੁੰਦੀ ਹੈ, ਜੋ ਰਾਈਟਰ ਲਿਖਦਾ, ਜੋ ਕੋਈ ਵੀ ਆਪਣੀ ਰਾਈਟਿੰਗ ਲਿਖਦਾ, ਉਹਦੇ 'ਚ ਮੀਨਿੰਗਸ ਦੀਆਂ ਲੇਅਰਸ ਮਤਲਬ ਕਿ ਪਰਤਾਂ ਐਡ ਹੋ ਜਾਂਦੀਆਂ। ਉਹਦੇ ਨਾਲ ਕਿ ਸਿੱਧਾ ਬੋਲਣ ਦੀ ਬਜਾਏ ਕਿ ਤੂੰ ਬਹੁਤ ਪਾਵਰਫੁਲ ਹੈ, ਕਿਸੇ ਹੀਰੋ ਦੀ ਐਗਜ਼ਾਮਪਲ ਦੇ ਦਿੱਤੀ, ਉਹਦੇ ਨਾਲ ਕੀ ਹੋ ਗਿਆ? ਇੱਕ ਲੇਅਰ, ਇੱਕ ਪਰਤ ਉੱਪਰ ਐਡ ਹੋ ਗਈ ਮੀਨਿੰਗਸ ਦੀ। ਇਹਦੇ ਨਾਲ ਕੀ ਹੁੰਦਾ ਕਿ ਜੋ ਲਿਖਿਆ ਉਹ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗ ਜਾਂਦਾ। ਰਿਕਗਨਾਈਜ਼ਿੰਗ ਐਨ ਇਲੂਸ਼ਨ ਅਲਾਊਜ਼ ਰੀਡਰ ਟੂ ਕਨੈਕਟ ਇਮੋਸ਼ਨਲੀ। ਜਦੋਂ ਰੀਡਰ ਉਸ ਰੈਫਰੈਂਸ ਨੂੰ, ਉਸ ਪਰਸਨ ਨੂੰ ਜਾਂ ਈਵੈਂਟ ਨੂੰ ਪਛਾਣ ਲੈਂਦਾ ਤਾਂ ਇਮੋਸ਼ਨਲੀ ਆਪਣੇ ਆਪ ਨੂੰ ਉਹਦੇ ਨਾਲ ਕਨੈਕਟ ਫੀਲ ਕਰਦਾ। ਜਿਵੇਂ ਕਿ ਮੰਨ ਲਓ ਕਿ ਭਗਤ ਸਿੰਘ ਜੀ ਦੀ ਐਗਜ਼ਾਮਪਲ ਕਿਸੇ ਨੇ ਦੇ ਦਿੱਤੀ ਤਾਂ ਭਗਤ ਸਿੰਘ ਜੀ ਨੂੰ ਅਗਰ ਆਪਾਂ ਜਦੋਂ ਪਛਾਣਾਂਗੇ, ਪੜ੍ਹਾਂਗੇ ਕਿ ਅੱਛਾ ਭਗਤ ਸਿੰਘ ਜੀ ਦੀ ਐਗਜ਼ਾਮਪਲ ਦਿੱਤੀ ਆ ਤਾਂ ਅਸੀਂ ਇਮੋਸ਼ਨਲੀ ਉਹਦੇ ਨਾਲ ਕਨੈਕਟ ਹੋ ਜਾਂਗੇ। ਬਾਈ ਰੈਫਰਿੰਗ ਟੂ ਟਾਈਮਲੈਸ ਆਈਡੀਆਜ਼,
Example, good versus evil, love, ambition, illusion, link the work to broader cultural or philosophical context. ਇਸ ਚੀਜ਼ ਦਾ ਕੀ ਮੀਨਿੰਗ ਹੈ ਕਿ ਟਾਈਮਲੈਸ ਆਈਡੀਆਜ਼ ਕਿਹੜੇ ਹੁੰਦੇ ਨੇ, ਜਿਹੜੇ ਆਲਵੇਜ਼ ਸਹੀ ਰਹਿੰਦੇ ਨੇ, ਔਰ ਆਈਡੀਆਜ਼ ਜਿਹੜੇ ਹਰ ਇੱਕ ਟਾਈਮ ਦੇ ਵਿੱਚ ਸਹੀ ਹੁੰਦੇ। ਜਿਵੇਂ ਮੈਂ ਕਹਾਂ ਕਿ ਇਮਾਨਦਾਰੀ ਇੱਕ ਚੰਗੀ ਨੀਤੀ ਹੈ, ਤਾਂ ਇਹ ਕੱਲ੍ਹ ਵੀ ਸਹੀ ਸੀ, ਅੱਜ ਵੀ ਸਹੀ ਹੈ, ਆਉਣ ਵਾਲੇ ਸਮੇਂ 'ਚ ਵੀ ਇਹ ਗੱਲ ਹਮੇਸ਼ਾ ਸਹੀ ਰਹੂਗੀ। ਅਤੇ ਇੱਦਾਂ ਦੇ ਆਈਡੀਆਜ਼ ਜਿਹੜੇ ਟਾਈਮ ਦੇ ਨਾਲ ਚੇਂਜ ਨਹੀਂ ਹੁੰਦੇ, ਉਹ ਟਾਈਮਲੈਸ ਆਈਡੀਆਜ਼ ਨੂੰ ਅਗਰ ਕੋਈ ਰਾਈਟਰ ਯੂਜ਼ ਕਰਦਾ ਤਾਂ ਉਹ ਕੀ ਕਰਦਾ, ਆਪਣੇ ਕੰਮ ਨੂੰ ਲਿੰਕ ਦ ਵਰਕ, ਆਪਣੀ ਵਰਕ ਨੂੰ ਕਾਹਦੇ ਨਾਲ ਲਿੰਕ ਕਰ ਦਿੰਦਾ, ਬਰੋਡਰ ਕਲਚਰ ਨਾਲ, ਹੋਰ ਜ਼ਿਆਦਾ ਉਹਦਾ ਏਰੀਆ ਵੱਧ ਜਾਂਦਾ। ਇੰਨਾ ਨਹੀਂ ਕਿ ਉਹ ਸਿਰਫ ਆਪਣੇ ਸਮੇਂ 'ਚ ਸੀਮਿਤ ਨਹੀਂ ਰਹਿੰਦਾ, ਉਹ ਬਾਕੀ ਸਮੇਂ ਦੇ ਵਿੱਚ ਵੀ ਉਹਦੀ ਜਿਹੜੀ ਆ ਉਹਦਾ ਦਾਇਰਾ ਵਧਾ ਦਿੰਦਾ। ਹੁਣ ਨੈਕਸਟ ਸਾਡੇ ਕੋਲ ਟਰਮ ਹੈਗੀ ਹੈ ਬੈਲਡ। ਅ ਬੈਲਡ ਇਜ਼ ਅ ਟਾਈਪ ਆਫ ਪੋਮ ਔਰ ਸੌਂਗ ਦੈਟ ਟੈਲਸ ਅ ਸਟੋਰੀ। ਇਹੀ ਜਿਹੀ ਕੋਈ ਕਵਿਤਾ ਜਾਂ ਕੋਈ ਸੌਂਗ ਜਿਹੜਾ ਕਿ ਸਟੋਰੀ ਸੁਣਾਉਂਦਾ। ਇਟ ਆਫਨ ਯੂਜ਼ਿਜ਼ ਸਿੰਪਲ ਲੈਂਗੁਏਜ ਐਂਡ ਅ ਸਟੈਡੀ ਰਿਦਮ, ਮੇਕਿੰਗ ਇਟ ਈਜ਼ੀ ਟੂ ਰਿਮੈਂਬਰ ਐਂਡ ਸਾਈਟ। ਹੁਣ ਕੀ ਹੈ, ਸਿੰਪਲ ਭਾਸ਼ਾ ਦੇ ਵਿੱਚ ਇਹ ਲਿਖੀ ਜਾਂਦੀ ਹੈ, ਸਟੈਡੀ ਇਹਦੀ ਰਿਦਮ ਹੁੰਦੀ ਹੈ। ਸਟੈਡੀ ਰਿਦਮ ਦਾ ਮਤਲਬ ਕਿ ਜਿਹੜੀ ਕਿ ਸਥਿਰ ਹੋਵੇ ਰਿਦਮ, ਕਿ ਮਤਲਬ ਸੇਮ ਰਿਦਮ ਨੂੰ, ਸੇਮ ਲਗਾਤਾਰਤਾ ਨੂੰ ਫੋਲੋ ਕੀਤਾ ਜਾਂਦਾ। ਇੱਦਾਂ ਨਹੀਂ ਕਿ ਕਿਤੇ ਅਸੀਂ ਕੁਛ ਲਿਖਤਾ ਕਿਤੇ ਕੁਛ ਨਹੀਂ, ਇੱਕ ਰਿਦਮ ਦੇ ਵਿੱਚ ਇਹ ਜਿਹੜੀ ਉਹ ਹੈ ਪੋਮ ਚੱਲਦੀ ਹੈ। ਮੇਕਿੰਗ ਇਟ ਈਜ਼ੀ ਟੂ ਰਿਮੈਂਬਰ, ਇਹਦੇ ਨਾਲ ਸਾਨੂੰ ਯਾਦ ਕਰਨਾ, ਰਿਸਾਈਟ ਕਰਨਾ, ਉਹਨੂੰ ਗਾਉਣਾ ਸੌਖਾ ਰਹਿੰਦਾ। ਬੈਲਡਸ ਵਰ ਓਰੀਜਨਲੀ ਪਾਸਡ ਔਨ ਔਰਲੀ। ਇਹਦੇ 'ਚ ਕੀ ਸੀ, ਬੈਲਡ ਜਿਹੜੇ ਸੀ ਔਰਲੀ, ਮਤਲਬ ਬੋਲ ਕੇ ਇੱਕ ਦੂਜੇ ਨੂੰ ਪਾਸ ਕੀਤੇ ਜਾਂਦੇ ਸੀ। ਇੱਦਾਂ ਨਹੀਂ ਕਿ ਲਿਖਿਆ ਹੁੰਦਾ ਸੀ, ਇੱਕ ਬੰਦੇ ਨੇ ਲਿਖਤਾ ਦੂਜੇ ਨੂੰ ਲਿਖ ਕੇ, ਨਹੀਂ, ਬੋਲ ਕੇ ਇੱਕ ਦੂਜੇ ਨੂੰ ਪਾਸ ਕੀਤੇ ਜਾਂਦੇ ਸੀ। ਐਂਡ ਕਾਮਨਲੀ ਟੈਲ ਟੇਲਸ ਆਫ ਲਵ, ਐਡਵੈਂਚਰ, ਟ੍ਰੈਜਡੀ ਔਰ ਹੀਰੋਇਜ਼ਮ। ਜ਼ਿਆਦਾਤਰ ਇਹਦੇ 'ਚ ਕਾਹਦੀ ਗੱਲ ਹੁੰਦੀ ਸੀ, ਟੇਲਸ ਹੁੰਦੀਆਂ ਸੀ, ਕਹਾਣੀਆਂ ਹੁੰਦੀਆਂ ਸੀ, ਕਾਹਦੀਆਂ, ਲਵ ਦੀਆਂ, ਐਡਵੈਂਚਰ ਦੀਆਂ, ਟ੍ਰੈਜਡੀ ਦੀਆਂ ਜਾਂ ਹੀਰੋਇਜ਼ਮ ਦੀਆਂ। ਤੇ ਯੂਜੂਅਲੀ ਰਿਟਨ ਇਨ ਕੁਆਟਰੇਨਸ। ਕੁਆਟਰੇਨਸ ਦਾ ਮੀਨਿੰਗ ਕੀ ਆ, 4 ਲਾਈਨਾਂ ਦਾ ਜਿਹੜਾ ਪੈਰਾ ਲਿਖਿਆ ਜਾਂਦਾ ਵਿਦ ਰਾਈਮ ਸਕੀਮ। ਉਹਦੀ ਰਾਈਮ ਸਕੀਮ ਕੀ ਹੁੰਦੀ ਹੈ, ABCB ਔਰ ABAB। ਹੁਣ ABCB ਕੀ ਆ, ਤੁਸੀਂ ਚਾਹੋ ਤਾਂ ਇਹਨੂੰ ਯਾਦ ਰੱਖ ਸਕਦੇ ਹੋ ਕਿ ਰਾਈਮ ਸਕੀਮ ਇਹ ਹੈ, ਬਟ ਮੀਨਿੰਗ ਸਮਝਣਾ ਜ਼ਰੂਰੀ ਹੈ। ਸੋ ਲਿਖਣਾ ਨਾ ਲਿਖਣਾ ਤੁਹਾਡੀ ਮਰਜ਼ੀ ਹੈ, ਬਟ ਮੈਂ ਚਾਹੂੰਗੀ ਕਿ ਤੁਸੀਂ ਇਹਨੂੰ ਇੱਕ ਵਾਰੀ ਸਮਝ ਲਓ। ਮੈਂ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਲਿਖਿਆ ਕਿ ਇਹ ਹੈ ਕੀ ਹੈ। ABCB ਰਾਈਮ ਸਕੀਮ ਕੀ ਹੈ, ਇੱਕ ਸਾਡੇ ਕੋਲ ਜਿਹੜਾ ਉਹ ਪੈਰਾ ਜੋ ਅਸੀਂ ਗੱਲ ਕੀਤੀ ਸੀ ਕਿ 4 ਲਾਈਨਾਂ ਦੇ ਵਿੱਚ ਹੁੰਦਾ। The ship was cheered, the harbour cleared, and merrily did we drop below the kirk, below the hill, below the lighthouse top। ਹੁਣ ਅਸੀਂ ਦੇਖੀਏ ਕਿਹੜੀਆਂ ਲਾਈਨਾਂ ਨੇ ਜਿਹੜੀਆਂ ਇੱਕ ਦੂਜੇ ਨਾਲ ਰਾਈਮ ਕਰ ਰਹੀਆਂ ਨੇ, ਮਤਲਬ ਕਿ ਇੱਕ ਦੂਜੇ ਨਾਲ ਜੋੜ ਰਹੀਆਂ ਨੇ। ਦੇਖੋ, ਦੂਜੀ ਲਾਈਨ ਦੇ ਐਂਡ 'ਚ ਲਿਖਿਆ ਵੀ ਡਰੋਪ, ਅਤੇ ਲਾਸਟ ਵਾਲੀ ਲਾਈਨ 'ਚ ਲਿਖਿਆ ਲਾਈਟ ਹਾਊਸ ਟਾਪ, ਟਾਪ, ਇੱਕ ਦੂਜੇ ਨਾਲ ਜੋੜ ਰਹੀਆਂ ਨੇ। ਪਹਿਲੀ ਲਾਈਨ ਲਿਖਿਆ ਕਲੀਅਰਡ, ਤੀਜੇ 'ਚ ਕੀ ਲਿਖਿਆ ਦ ਹਿਲ, ਨਹੀਂ ਜੋੜ ਰਹੀ। ਹੁਣ ਦੇਖੋ, ਇੱਥੋਂ ਵੀ ਤੁਹਾਨੂੰ ਯਾਦ ਰਹਿ ਜਾਣਾ ABCB, B ਨਾਲ B ਮੈਚ ਕਰ ਰਹੀ ਹੈ, A ਨਾਲ C ਨਹੀਂ ਕਰ ਰਹੀ। ਮਤਲਬ ਪਹਿਲੀ ਅਤੇ ਤੀਜੀ ਨਹੀਂ ਮੈਚ ਕਰ ਰਹੀ, ਦੂਜੀ ਅਤੇ ਚੌਥੀ ਮੈਚ ਕਰ ਰਹੀ ਹੈ। ਜਿੱਥੇ ਦੂਜੀ ਅਤੇ ਚੌਥੀ ਮੈਚ ਕਰੂਗੀ, ਉਹ ਜਿਹੜੀ ਰਾਈਮ ਸਕੀਮ ਹੋਊਗੀ ਉਹ ABCB ਹੋਊਗੀ। ਨੈਕਸਟ ਰਾਈਮ ਸਕੀਮ ਸਾਡੇ ਕੋਲ ਹੈਗੀ ਹੈ ABAB ਦਾ ਮਤਲਬ ਕੀ ਹੈ, ਇਹ ਸਾਡੇ ਕੋਲ ਸਟੈਂਜਾ ਸੇਮ ਉਹੀ 4 ਲਾਈਨਾਂ ਦਾ। He walked along the silent shore and gazed upon the sky, the waves would crash forevermore as seagulls passed him by। ਹੁਣ ਦੇਖੋ, ਪਹਿਲੀ ਜਿਹੜੀ ਉਹ ਤੀਜੀ ਨਾਲ ਕਰ ਰਹੀ, shore, forevermore, sky, by, ਦੂਜੀ ਅਤੇ ਚੌਥੀ। ਹੁਣ A ਪਹਿਲੀ ਜਿਹੜੀ ਹੈ ਤੀਜੀ ਨਾਲ, ਮਤਲਬ ਕਿ A ਦੋਨੋਂ ਮੈਚ ਕਰਦੀਆਂ ਨੇ, ਦੂਜੀ ਅਤੇ ਚੌਥੀ B ਇਹਦੇ 'ਚ ਕਰਦੀਆਂ ਨੇ। ਤਾਂ ਇਹ ਸਕੀਮ ਨੂੰ ਅਸੀਂ ਕੀ ਕਹਾਂਗੇ, ABAB ਰਾਈਮ ਸਕੀਮ। ਹੋਪਫੁਲੀ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਕਿ ਅਸੀਂ ਇਹਦਾ ਕੀ ਮੀਨਿੰਗ ਹੈ ਰਾਈਮ ਸਕੀਮ ਦਾ। ਹੁਣ ਅਸੀਂ ਬੈਲਡ ਦੇ ਕੀ, ਉਹਨੂੰ ਲਿਖਣਾ ਜ਼ਰੂਰੀ ਨਹੀਂ ਆ, ਅਸੀਂ ਜਸਟ ਸਮਝਣ ਦੇ ਲਈ ਉਹਨੂੰ ਕੀਤਾ। ਤੁਸੀਂ ਇਹਨਾਂ ਲਿਖ ਸਕਦੇ ਹੋ ਬੈਲਡ ਦਾ ਕੀ ਮੀਨਿੰਗ ਹੈ। ਨੈਕਸਟ ਅਸੀਂ ਗੱਲ ਕਰਾਂਗੇ ਕੀ ਫੀਚਰਸ ਬਾਰੇ। ਕੀ ਫੀਚਰਸ ਦੇ ਵਿੱਚ ਕੀ ਹੁੰਦਾ, ਨੈਰੇਟਿਵ। ਬੈਲਡ ਟੈਲ ਅ ਸਟੋਰੀ ਵਿਦ ਕਰੈਕਟਰਸ, ਈਵੈਂਟਸ ਐਂਡ ਡਾਇਲੋਗ। ਕਿੱਦਾਂ ਸਟੋਰੀ ਦੱਸਦੀ ਹੈ ਜਿਹੜੀ ਇਹ ਪੋਇਮ ਹੁੰਦੀ ਹੈ, ਇਹ ਕਰੈਕਟਰਸ ਦੇ ਦੁਆਰਾ, ਈਵੈਂਟਸ ਦੇ ਦੁਆਰਾ ਅਤੇ ਡਾਇਲੋਗ ਦੇ ਦੁਆਰਾ ਦੱਸਦੀ ਹੈ। ਸਟਰਕਚਰ ਇਹਦਾ ਕੀ ਹੁੰਦਾ, ਟਿਪੀਕਲੀ ਰਿਟਨ ਇਨ ਕੁਆਟਰਨਸ। ਸੇਮ ਉਹੀ ਗੱਲ ਕਿ ਅਸੀਂ ਜਿਹੜੀ ਜ਼ਿਆਦਾਤਰ ਇਹ ਕੁਆਟਰਨਸ ਦੇ ਵਿੱਚ ਹੀ ਲਿਖੀ ਜਾਂਦੀ ਹੈ। 4 ਲਾਈਨਾਂ ਦਾ ਸਟੈਂਜਾ ਵਿਦ ਆਲਟਰਨੇਟਿੰਗ ਲਾਈਨਸ ਆਫ 4 and 3 ਬੀਟਸ, ਜੋ 4 ਜਾਂ 3 ਲਾਈਨਾਂ ਦੀ ਬੀਟ ਦੇ ਨਾਲ ਲਿਖੀ ਜਾਂਦੀ ਹੈ। ਰਾਈਮ ਕੀ ਹੁੰਦੀ ਹੈ, ਜਿਹੜੀ ਅਸੀਂ ਆਲਰੇਡੀ ਗੱਲ ਕੀਤੀ ਹੈ, ABCB ਹੁੰਦੀ ਹੈ ਜਾਂ ਫਿਰ ABAB ਹੁੰਦੀ ਹੈ। ਰੈਪੀਟੀਸ਼ਨ, ਰਿਪੀਟਡ ਲਾਈਨਸ ਆਰ ਕਾਮਨ ਟੂ ਐਮਫੇਸਾਈਜ਼ ਕੀ ਆਈਡੀਆਜ਼। ਇਹਦੇ 'ਚ ਜ਼ਿਆਦਾਤਰ ਲਾਈਨਸ ਨੂੰ ਕੀ ਕੀਤਾ ਜਾਂਦਾ, ਰਿਪੀਟ ਕੀਤਾ ਜਾਂਦਾ, ਤਾਂ ਕਿ ਜਿਹੜਾ ਕੀ ਆਈਡੀਆ, ਜਿਹੜਾ ਮੇਨ ਆਈਡੀਆ, ਉਹਨੂੰ ਹਾਈਲਾਈਟ ਕੀਤਾ ਜਾ ਸਕੇ। ਥੀਮਸ ਕੀ ਹੁੰਦੀਆਂ ਨੇ ਇਹਦੀਆਂ ਜ਼ਿਆਦਾਤਰ, ਕਿ ਕਾਮਨ ਥੀਮਸ ਇਨਕਲੂਡ ਲਵ, ਲੋਸ, ਬੈਟਰੀਅਲ, ਧੋਖਾ, ਐਡਵੈਂਚਰ ਐਟਸੈਟਰਾ। ਇਹਨਾਂ ਚੀਜ਼ਾਂ 'ਤੇ ਮੇਨਲੀ ਇਹ ਬਣਦੀਆਂ ਨੇ। ਟਾਈਪਸ ਆਫ ਬੈਲਡ ਕਿਹੜੀਆਂ, ਸਭ ਤੋਂ ਪਹਿਲੀ ਸਾਡੇ ਕੋਲ ਹੈਗੇ ਟ੍ਰੈਡੀਸ਼ਨਲ ਬੈਲਡ। ਟ੍ਰੈਡੀਸ਼ਨਲ ਬੈਲਡ ਜਿਹੜੀ ਆ, ਇੱਥੇ ਅਸੀਂ ਲਿਖਿਆ
ਲॉर्ड ਰੈਂਡੋਲ ਐਨੋਨਿਮਸ ਦਾ ਮਤਲਬ ਇਹ ਹੈ ਕਿ ਉਹਦਾ ਰਾਈਟਰ ਸਾਨੂੰ ਨਹੀਂ ਪਤਾ। ਜਿਵੇਂ ਅਸੀਂ ਐਗਜ਼ਾਮਪਲ ਕਰੀਏ ਕਿ ਹੁਣ ਪੰਜਾਬੀ ਬੋਲੀਆਂ ਨੇ, ਹੈ ਨਾ, ਪੰਜਾਬੀ ਬੋਲੀਆਂ ਅਸੀਂ ਇੱਕ ਤੋਂ ਦੂਜੇ ਨੂੰ ਪਾਸ ਕਰਦੇ, ਇੱਕ ਬੰਦਾ ਸੁਣਦਾ ਅੱਛਾ ਮੈਨੂੰ ਵਧੀਆ ਲੱਗੀ, ਉਹ ਅੱਗੇ ਕਿਤੇ ਯੂਜ਼ ਕਰਦਾ, ਪਰ ਉਹਨਾਂ ਦਾ ਕੋਈ ਰਾਈਟਰ ਨਹੀਂ ਸਪੈਸੀਫਿਕ ਹੁੰਦਾ। ਇਸੇ ਤਰ੍ਹਾਂ ਇਹ ਟ੍ਰੈਡੀਸ਼ਨਲ ਹੈ। ਸੋ ਦਿਸ ਬੈਲਡ ਟੈਲ ਦ ਸਟੋਰੀ ਆਫ ਯੰਗ ਮੈਨ ਪੋਇਜ਼ਨ ਬਾਏ ਹਿਸ ਲਵਰ। ਇਹਦੇ 'ਚ ਕਾਹਦੀ ਸਟੋਰੀ ਹੈ? ਇੱਕ ਯੰਗ ਮੈਨ ਜਿਹਨੂੰ ਕਿ ਉਹਦੇ ਲਵਰ ਨੇ ਜ਼ਹਿਰ ਦੇ ਦਿੱਤੀ ਸੀ। ਹੁਣ ਨੈਕਸਟ ਹੈਗਾ ਸਾਡੇ ਕੋਲ ਲਿਟਰੇਰੀ ਬੈਲਡ, The Rime of Ancient Mariner by Samuel Taylor Coleridge. This is more complex written version of ballad. Rime of the Ancient Mariner ਜਿਹੜਾ ਉਹ ਸੈਮੂਅਲ ਟੇਲਰ ਕਾਲਰਿਜ ਦਾ ਲਿਖਿਆ ਹੋਇਆ ਇਹ ਲਿਟਰੇਰੀ ਬੈਲਡ ਦੀ ਐਗਜ਼ਾਮਪਲ ਆ। ਮੈਂ ਇਹਦੇ 'ਚ 4 ਲਾਈਨਸ ਐਡ ਕੀਤੀਆਂ ਨੇ ਜਸਟ ਕਿਉਂਕਿ ਇਹ ਬਹੁਤ ਹੀ ਈਜ਼ੀ ਲਾਈਨਸ ਨੇ, ਤੁਹਾਨੂੰ ਯਾਦ ਕਰਨੀਆਂ, ਬਟ ਤੁਸੀਂ ਅਗਰ ਇਹਨੂੰ ਸਕਿਪ ਕਰਨਾ ਚਾਹੁੰਦੇ ਇਟਸ ਅਪ ਟੂ ਯੂ, ਤੁਸੀਂ ਸਕਿਪ ਕਰ ਸਕਦੇ ਹੋ, ਬਟ ਇਟਸ ਬੈਟਰ ਜੇ ਤੁਸੀਂ ਐਡ ਕਰੋ ਕਿਉਂਕਿ ਇਹਦੇ 'ਚ ਇਹ ਬਹੁਤ ਅੱਛੀ ਐਗਜ਼ਾਮਪਲ ਹੈ। ਵਾਟਰ ਵਾਟਰ ਐਵਰੀਵੇਅਰ ਐਂਡ ਆਲ ਦ ਬੋਰਡਸ ਡਿਡ ਸ਼੍ਰਿੰਕ, ਵਾਟਰ ਵਾਟਰ ਐਵਰੀਵੇਅਰ ਨਾਟ ਐਨੀ ਡ੍ਰੌਪ ਟੂ ਡਰਿੰਕ। This ballad tells the story of sailor cursed after killing an albatross. Albatross ਇੱਕ ਬਰਡ ਸੀ ਜਿਹਨੂੰ ਮਾਰਨ ਤੋਂ ਬਾਅਦ ਜਿਹੜਾ ਉਹ ਸ਼ਿਪ ਦਾ ਜਿਹੜਾ ਸੇਲਰ ਸੀਗਾ ਉਹਦੇ ਗਲੇ 'ਚ ਆ ਕੇ ਉਹ ਲਟਕ ਗਿਆ ਸੀ ਕਿਉਂਕਿ ਉਹਨੂੰ ਕਰਸ ਮਿਲਿਆ ਸੀ ਇਸ ਚੀਜ਼ ਦਾ। ਉਸ ਚੀਜ਼ ਦੇ ਉੱਤੇ ਇਹ ਜਿਹੜੀ ਬੈਲਡ ਲਿਖੀ ਗਈ ਹੈ। Ballads are effective for storytelling because they are rhythmic, emotional and easy to remember. ਕੀ ਨੇ, ਕਿਉਂ ਇਫੈਕਟਿਵ ਹੁੰਦੀਆਂ ਨੇ, ਕਿਉਂ ਇੰਨੀਆਂ ਵਧੀਆ ਲੱਗਦੀਆਂ ਨੇ? ਕਿਉਂਕਿ ਉਹ ਜ਼ਿਆਦਾਤਰ ਰਿਦਮਿਕ ਹੁੰਦੀਆਂ ਨੇ। ਜਿਹੜੀ ਚੀਜ਼ ਰਿਦਮ ਦੇ ਵਿੱਚ ਲਿਖੀ ਜਾਂਦੀ ਹੈ ਉਹ ਹਮੇਸ਼ਾ ਵਧੀਆ ਹੋਊਗੀ, ਇਮੋਸ਼ਨਲ ਹੁੰਦੀਆਂ ਨੇ ਅਤੇ ਯਾਦ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਨੇ। ਦੇ ਆਫਨ ਕੈਰੀ ਮੋਰਲ ਲੈਸਨ, ਜ਼ਿਆਦਾਤਰ ਉਹ 'ਚ ਮੋਰਲ ਲੈਸਨਸ ਹੁੰਦੇ ਨੇ। ਜਿਵੇਂ ਕਿ ਅਸੀਂ ਦੇਖਿਆ ਸੀਗਾ ਐਲਬਰਟਰੋਸ ਵਾਲਾ, ਉਹਦੇ 'ਚ ਦਿੱਤਾ ਸੀ ਕਿਸੇ ਪੰਛੀ ਨੂੰ ਜਾਂ ਅਸੀਂ ਐਨੀਮਲ ਨੂੰ ਕਿਸੇ ਨੂੰ ਦੁੱਖ ਪਹੁੰਚਾਵਾਂਗੇ ਤਾਂ ਉਹ ਸਾਨੂੰ ਜਿਹੜਾ ਉਹਦੇ ਨਾਲ ਸਾਨੂੰ ਸ਼ਰਾਪ ਲੱਗੂਗਾ। ਇਹ ਚੀਜ਼ਾਂ ਦਿਖਾਈਆਂ ਗਈਆਂ ਨੇ। ਹਾਈਲਾਈਟ ਹਿਊਮਨ ਐਕਸਪੀਰੀਅੰਸਿਸ ਨੂੰ, ਹਿਊਮਨ ਜਿਹੜੇ ਐਕਸਪੀਰੀਅੰਸਿਸ ਨੇ ਉਹਨਾਂ ਨੂੰ ਹਾਈਲਾਈਟ ਕਰਦੇ ਨੇ। ਪ੍ਰੀਜ਼ਰਵ ਕਲਚਰਲ ਟੇਲਸ, ਜਿਹੜੀਆਂ ਸਾਡੇ ਕਲਚਰ ਦੀਆਂ ਟੇਲਸ ਚੱਲੀਆਂ ਆਉਂਦੀਆਂ ਨੇ, ਕਹਾਣੀਆਂ ਸਾਡੀਆਂ ਪਿੱਛੇ ਸਾਡੇ ਸੱਭਿਆਚਾਰ ਦੇ, ਉਹਨਾਂ ਨੂੰ ਸੰਭਾਲ ਕੇ ਰੱਖਦੇ ਨੇ। ਇਸ ਕਰਕੇ ਇਹ ਬਹੁਤ ਜ਼ਿਆਦਾ ਇਫੈਕਟਿਵ ਹੁੰਦੇ ਨੇ। ਹੋਪਫੁਲੀ ਦੋਨੋਂ ਟਰਮਸ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣ। ਥੈਂਕ ਯੂ ਸੋ ਮਚ।